ਜਦੋਂ ਮੇਰੀ ਡੈਥ ਹੋਈ ਆ ਮੈਂ ਲਕਾਉਣਾ ਨਹੀਂ ਚਾਹੁੰਦਾ, ਮੈਨੂੰ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈ। ਤੇ ਜਮਦੂਤ ਆਏ ਨੇ ਜਿਨ੍ਹਾਂ ਦੇ ਕਾਲੇ ਸ਼ਾਹ ਰੰਗ ਨੇ ਤੇ ਵਾਲ ਬੜੇ ਲੰਬੇ ਲੰਬੇ ਨੇ ਤੇ ਕੱਦ ਬੜੇ ਭਿਆਨਕ ਨੇ। ਮੈਨੂੰ ਉੱਥੋਂ ਕਿ ਜਾ ਕੇ ਯਾਦ ਹੋਇਆ ਹੈ ਕਿ ਜਦੋਂ ਇੱਕਦਮ ਉਹਨਾਂ ਨੇ ਝਪਟ ਮਾਰ ਕੇ ਮੇਰੀਆਂ ਬਾਹਾਂ ਤੋਂ ਮੈਨੂੰ ਫੜ ਲਿਆ ਤੇ ਮੈਂ ਅਲਫ ਨੰਗਾ ਆ, ਬਿਲਕੁਲ ਮੇਰੇ ਸਰੀਰ ਤੇ ਕੋਈ ਕੱਪੜਾ ਨਹੀਂ। ਕੇਸ ਮੇਰੇ ਬਹੁਤ ਲੰਬੇ ਸਨ ਉਸ ਸਮੇਂ, ਖੁੱਲੇ ਕੇਸ ਨੇ। ਦੋ ਜਾਣਿਆਂ ਨੇ ਦੋਵਾਂ ਬਾਹਾਂ ਤੋਂ ਫੜਿਆ ਤੇ ਇੱਕ ਜਾਣੇ ਨੇ ਮਗਰੋਂ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਅੱਜ ਸਿੱਖ ਕੌਮ ਦੀ ਬੜੀ ਪਿਆਰ ਵਾਲੀ ਹਸਤੀ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਇੰਡੀਆਨਾਪੋਲਿਸ ਇੰਡੀਆਨਾ, ਜਿਹੜੇ ਅੱਜ ਕੱਲ ਉੱਥੇ ਦੇ ਵਾਸੀ ਹੈਗੇ ਆ, ਅਮਰੀਕਾ ਦੇ ਵਾਸੀ ਹੈਗੇ ਆ ਤੇ 2001 ਤੋਂ ਲਗਾਤਾਰ ਅਮਰੀਕਾ ਦੇ ਵਿੱਚ ਰਹਿ ਰਹੇ ਨੇ। 2001 ਤੋਂ ਪਹਿਲਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਇਹ ਬਤੌਰ ਪ੍ਰਚਾਰਕ ਗੁਰੂ ਦੀਆਂ ਸੰਗਤਾਂ ਦੀ ਜਿਹੜੀ ਸੇਵਾ ਕਰਦੇ ਰਹੇ ਆ ਅਤੇ ਖੁੱਲੇ ਵਿਚਰ ਕੇ ਵੀ ਇਹ ਬਹੁਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਨੇ ਪ੍ਰਚਾਰ ਦੀ ਸੇਵਾ ਕੀਤੀ ਤੇ 2001 ਤੋਂ ਲਗਾਤਾਰ ਇਹ ਅਮਰੀਕਾ ਦੇ ਵਸਨੀਕ ਬਣ ਗਏ ਨੇ। ਤੇ ਅਮਰੀਕਾ ਦੇ ਵਿੱਚ ਰਹਿੰਦਿਆਂ ਇਹਨਾਂ ਦੇ ਜੀਵਨ ਦੇ ਵਿੱਚ ਇੱਕ ਦੋ ਬੜੀਆਂ ਅਹਿਮ ਘਟਨਾਵਾਂ ਵਾਪਰੀਆਂ ਤੇ ਭਾਈ ਸਾਹਿਬ ਜੀ ਸਾਡੇ ਕੋਲ ਸਨ ਹੋਜੇ ਕਥਾ ਦੀ ਸੇਵਾ ਵਾਸਤੇ ਹਫਤੇ ਵਾਸਤੇ ਆਏ ਨੇ। ਫਰੀਮਾਉਂਟ ਵੀ ਇਹਨਾਂ ਦੀ ਪਿਛਲੇ ਮਹੀਨੇ ਕਥਾ ਸੀ ਤੇ ਸਾਡੀ ਉੱਥੇ ਕੀਰਤਨ ਦੀ ਸੇਵਾ ਸੀ ਤੇ ਇਹਨਾਂ ਦੇ ਨਾਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਇਹਨਾਂ ਆਪਣੇ ਜੀਵਨ ਦੇ ਵਿੱਚ ਕੁਝ ਘਟਨਾਵਾਂ ਜਿਹੜੀਆਂ ਸੀ ਮੇਰੇ ਨਾਲ ਸਾਂਝੀਆਂ ਕੀਤੀਆਂ ਸੀ ਤੇ ਮੈਂ ਚਾਹੁੰਦਾ ਸੀ BHS ਖਾਲਸਾ YouTube ਚੈਨਲ ਦੇ ਸਾਰੇ ਦਰਸ਼ਕ ਜਿਹੜੇ ਆ ਉਹਨਾਂ ਦੇ ਨਾਲ ਵੀ ਉਹ ਜਿਹੜੀਆਂ ਘਟਨਾਵਾਂ ਜਿਹੜੀਆਂ ਬੰਦਾ ਸੁਣੇ ਤੇ ਜੀਵਨ ਦੇ ਵਿੱਚ ਬਦਲਾਵ ਆਉਂਦਾ ਏ, ਬੜੀਆਂ ਪਿਆਰੀਆਂ ਘਟਨਾਵਾਂ। ਤੇ ਮੈਂ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਨੂੰ ਕਹਾਂਗਾ, ਬੇਨਤੀ ਕਰਾਂਗੇ ਆਪਣੇ ਜੀਵਨ ਦੀਆਂ ਘਟਨਾਵਾਂ ਜਿਹੜੀਆਂ ਸੰਗਤ ਨਾਲ ਸਾਂਝੀਆਂ ਕਰਨ। ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਬੜੀ ਕਿਰਪਾ ਕੀਤੀ ਹੈ, ਅਰਦਾਸ ਵਾਸਤੇ ਸਮਾਂ ਕੱਢਿਆ ਹੈ, ਸੰਗਤਾਂ ਵਾਸਤੇ ਸਮਾਂ ਕੱਢਿਆ ਹੈ। ਤੇ ਮੈਂ ਬੇਨਤੀ ਕਰਾਂ 2001 ਤੋਂ ਬਾਅਦ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਜਾਂ ਤੁਸੀਂ ਅਮਰੀਕਾ ਦੇ ਵਿੱਚ ਆ ਕੇ ਜਦੋਂ ਪੱਕੇ ਹੋਏ ਤੇ ਉਹ ਸਾਰੀ ਦਾਸਤਾਨ ਜਿਹੜੀ ਹੈ ਸੰਗਤ ਦੇ ਨਾਲ ਸਾਂਝੀ ਕਰੋ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਭਾਈ ਸਾਹਿਬ ਭਾਈ ਹਰਚਰਨ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਖਾਲਸਾ ਜੀਓ, ਆਪ ਜੀਆਂ ਦੇ ਚੈਨਲ ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪ ਜੀਆਂ ਨੂੰ ਅਤੇ ਸਮੂਹ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਜ਼ਿੰਦਗੀ ਬੜੀ ਕਈ ਅਹਿਮ ਮੋੜਾਂ ਤੋਂ ਤਿਲਕਦਿਆਂ ਬਚਦਿਆਂ ਇੱਥੇ ਤੱਕ ਪਹੁੰਚੀ ਹੈ। ਚੰਗੇ ਹਾਲਾਤ ਵੀ ਵੇਖੇ, ਵਿੱਚੋਂ ਮਾੜੇ ਵੀ ਵੇਖੇ, ਅੱਜ ਫੇਰ ਬੜੇ ਚੰਗੇ ਨੇ। ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਕਿਰਪਾ ਹੈ। ਤੁਹਾਡੇ ਵਰਗੇ ਗੁਰਸਿੱਖ ਮਿਲੇ ਜਿਨ੍ਹਾਂ ਦੀ ਬਦੌਲਤ ਦਾਸ ਅੱਜ ਅਮਰੀਕਾ ਵਿੱਚ ਬੈਠਾ ਹੈ। ਪਹਿਲਾਂ ਜ਼ਿਕਰ ਕਰਾਂ ਮੈਂ ਆਪਣੇ ਪਰਮ ਮਿੱਤਰ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ, ਜਿਹੜੇ ਕਿ ਦਾਸ ਨੂੰ ਸਿੰਗਾਪੁਰ ਮਿਲਦੇ ਨੇ, ਜਿਨ੍ਹਾਂ ਨੇ ਸਾਡੇ ਦਿੱਤੇ ਹੋਏ ਪਿਆਰ ਨੂੰ ਪ੍ਰਵਾਨਿਆ। ਕੈਨੇਡਾ ਔਰ ਅਮਰੀਕਾ ਦੇ ਵਿੱਚ ਸਾਨੂੰ ਉਹਨਾਂ ਨੇ ਬੁਲਾਇਆ ਤੇ ਅੱਜ 21ਵਾਂ ਸਾਲ ਅਮਰੀਕਾ ਦੇ ਵਿੱਚ ਹੋ ਰਿਹਾ ਹੈ, ਸਮੇਤ ਪਰਿਵਾਰ ਰਹਿ ਰਹੇ ਆ। ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਹੈ। ਉਹਨਾਂ ਸੱਜਣਾਂ ਦੇ ਮੈਂ ਨਾਂ ਕਦੇ ਵੀ ਨਹੀਂ ਭੁੱਲ ਸਕਦਾ ਜਿਨ੍ਹਾਂ ਨੇ ਮੇਰੀ ਬਾਂਹ ਫੜ ਕੇ ਮੈਨੂੰ ਰੁਲਦੇ ਫਿਰਦੇ ਜੇ ਨੂੰ ਇਹਨਾਂ ਮਹਾਨ ਦੇਸ਼ਾਂ ਦਾ ਇੱਕ ਵਸਨੀਕ ਬਣਾਇਆ ਤੇ ਮੈਨੂੰ ਮਾਣ ਵੀ ਮਿਲਿਆ। ਅੱਜ ਵੀ ਉਹਨਾਂ ਦਾ ਮੈਂ ਧੰਨਵਾਦ ਕਰਦਾ। ਮੈਂ ਬੜੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦਾ, ਬਹੁਤ ਜ਼ਿਆਦਾ। ਮੈਨੂੰ ਆਪਣੀ ਗਰੀਬੀ ਦੇ ਬਾਰੇ ਪਤਾ ਹੈ। ਮੇਰੀ ਬਦਕਿਸਮਤੀ ਸੀ, ਮੇਰੀ ਕਿਸਮਤ, ਮੇਰੇ ਲੇਖ ਨਹੀਂ ਸੀ ਇੰਨੇ ਚੰਗੇ। ਗੁਰੂ ਕੇ ਪਿਆਰਿਆਂ ਦੇ ਚਰਨ ਪਰਸਨ ਦਾ ਕਰਕੇ ਹੀ ਇਹ ਮੇਰੇ ਜ਼ਿੰਦਗੀ ਦਾ ਮੋੜ ਅੱਜ ਜਿਹੜਾ ਹੈ। ਮੈਂ ਅਮਰੀਕਾ ਦੇ ਵਿੱਚ ਆਪ ਜੀਆਂ ਦੇ ਸਟੂਡੀਓ ਗੱਡੀ ਵਿੱਚ ਬੈਠਾ ਹਾਂ। ਮੈਂ ਆਪ ਜੀਆਂ ਦਾ ਵੀ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਆਪ ਦੂਸਰੀ ਸਟੇਜ ਪਹਿਲਾਂ ਫਰੀਮਾਉਂਟ ਵਿੱਚ ਮਿਲੇ ਹੋ, ਉੱਥੇ ਆਤੀ ਪਿਆਰ ਦਿੱਤਾ। ਰਾਤ ਦੇ 12 ਵਜੇ ਤੱਕ ਦਾਸ ਨਾਲ ਵਿਚਾਰਾਂ ਕੀਤੀਆਂ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਦੀ ਰਾਤ ਮਿਲੀ। ਅੱਜ ਵੀ ਇੱਥੇ ਆਪਾਂ ਸਾਨੂੰ ਜੇ ਸਟੇਜ ਤੇ ਇਕੱਠੇ ਹੋਏ ਹਾਂ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਇਹ ਕੀੜਿਆਂ ਮਕੌੜਿਆਂ ਨੂੰ ਮਾਣ
ਗੁਰੂ ਨੇ ਜੀ ਬਖਸ਼ਿਆ ਤੇ ਆਪ ਜੀ ਵਰਗੇ ਗੁਰਸਿੱਖਾਂ ਦੀ ਸੰਗਤ ਦੁਆਰਾ ਹੀ ਇਹ ਹੋਇਆ। ਅਹਿਸਾਸ ਸਾਨੂੰ ਹੋਣਾ ਚਾਹੀਦਾ ਇਸ ਜੀ ਗੱਲ ਦਾ। ਬਿਲਕੁਲ। ਜੀ ਜੀ ਹਾਂਜੀ। ਜੋ ਹਮਰੀ ਵਿਦ ਹੋਤੀ ਮੇਰੇ ਸਤਗੁਰਾ ਸਾबित तुम हर जानो आपे हम रोलते फिरते कोई बात ना पूछता गुर सतगुर संग कीरे हम थापे ਹਾਂਜੀ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਜ਼ਿੰਦਗੀ ਦੇ ਵਿੱਚੋਂ ਬੜੇ ਜਿਹੜੇ ਸੋਗ ਤੇ ਸੰਤਾਪ ਸੀ, ਕਦੇ ਸੋਚਿਆ ਨਹੀਂ ਸੀ ਕਿ ਕਦੇ ਅਸੀਂ ਵੀ ਇਹੋ ਜੀ ਖੁਸ਼ਹਾਲ ਜ਼ਿੰਦਗੀ ਜੀਵਾਂਗੇ। ਅੱਜ ਆਪ ਜੀਆਂ ਨੇ ਕੁਝ ਜਾਣਨਾ ਚਾਹਿਆ ਹੈ। ਦਾਸ 2001 ਦੇ ਵਿੱਚ ਅਮਰੀਕਾ ਪਹੁੰਚਿਆ ਪ੍ਰਚਾਰਕ ਦੇ ਤੌਰ ਤੇ। ਜਿਨ੍ਹਾਂ ਸੱਜਣਾ ਦੇ ਕੋਲ ਮੈਂ ਆਇਆ ਉਹਨਾਂ ਸੱਜਣਾ ਦਾ ਟਰੱਕਾਂ ਦਾ ਕਾਰੋਬਾਰ ਸੀ ਤੇ ਮੈਂ ਵੀ ਕਦੇ ਸ਼ੌਂਕ ਰੱਖਦਾ ਸੀ ਕਿ ਮੈਂ ਵੀ, ਤੇ ਇੱਥੇ ਮੈਨੂੰ ਮੌਕਾ ਮਿਲਿਆ ਤੇ ਮੈਂ ਵੀ ਟਰੱਕ ਦਾ ਡਰਾਈਵਰ ਵੀ ਬਣਿਆ, ਟਰੱਕ ਚਲਾਉਣਾ ਸ਼ੁਰੂ ਕੀਤਾ। ਠੀਕ। ਇੱਕ ਹੋਰ ਗੁਰਮੁਖ ਪਿਆਰੇ ਰਾਗੀ ਸਿੰਘ ਮੇਰੇ ਇਲਾਕੇ ਦੇ ਸਨ, ਉਹਨਾਂ ਨੂੰ ਮੈਂ ਟ੍ਰੇਨਿੰਗ ਦੇਣ ਵਾਸਤੇ, ਸਿਖਾਉਣ ਵਾਸਤੇ ਨਾਲ ਬੁਲਾਇਆ। ਤਾਂ ਪਾਤਸ਼ਾਹ ਜੀ ਨੇ ਸਮੇਂ ਮੁਤਾਬਕ ਮੈਨੂੰ ਕਸਵੱਟੀ ਤੇ ਲਾ ਕੇ ਵੀ ਪਰਖਿਆ ਤੇ ਗੁਰੂ ਸਾਹਿਬ ਨੇ ਨਾਲ ਮੇਰੀ ਬਾਂਹ ਵੀ ਨਹੀਂ ਛੱਡੀ। ਬਾहें ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾहें ਨਾ ਛੋੜਗੀ, ਐਸਾ ਮਹਾਨ ਦਾਤਾ। ਮੈਂ ਉਸ ਗੁਰੂ ਦੇ ਸਿੱਖ ਨੂੰ ਨਾਲ ਲੈ ਕੇ ਪਹਿਲਾ ਗੇੜਾ ਸਾਡਾ ਸੁਖ ਸ਼ਾਂਤੀ ਦੇ ਨਾਲ ਲੱਗਾ ਹੈ ਤੇ ਦੂਸਰੇ ਗੇੜੇ ਦੇ ਵਿੱਚ ਮੇਰੇ ਵਾਪਸ ਆਉਂਦਿਆਂ ਅਸੀਂ ਨਿਊਯਾਰਕ ਤੋਂ ਕੈਲੀਫੋਰਨੀਆ ਨੂੰ ਚੱਲਦੇ ਸਾਂ, ਕੈਲੀਫੋਰਨੀਆ ਤੋਂ ਨਿਊਯਾਰਕ ਚੱਲਦੇ ਸਾਂ। ਕੈਲੀਫੋਰਨੀਆ ਫ੍ਰਿਜਨੋ ਦੇ ਵਿੱਚ ਮੈਂ ਆਪਣਾ ਨਿਵਾਸ ਸਥਾਨ ਰੱਖਿਆ ਸੀ। ਇਹ ਕੰਪਨੀ ਦਾ ਟਰੱਕ ਮੇਰੇ ਕੋਲ ਸੀਗਾ। ਆਉਂਦਿਆਂ ਟੈਨਸੀ ਸਟੇਟ ਦੇ ਵਿੱਚ ਸਪਰਿੰਗ ਫੀਲਡ ਸਿਟੀ ਪੈਂਦੀ ਹੈ, ਹਾਈਵੇ 40 ਦੇ ਉੱਤੇ। ਇੱਕਦਮ 10-15 ਮਿੰਟਾਂ ਦੇ ਵਿੱਚ ਹੀ ਮੇਰੇ ਅੰਦਰ ਕੋਈ ਬਵਾਲ ਛਿੜਿਆ, ਕੋਈ ਜ਼ਹਿਰ ਫੁੱਟਿਆ। ਮੈਨੂੰ ਅੰਦਰ ਕੋਈ ਬਲਾਸਟ ਹੋਇਆ, ਜਿਵੇਂ ਨਾ ਇੱਕਦਮ ਬਹੁਤ ਜ਼ਿਆਦਾ ਮੈਨੂੰ ਦਰਦ ਉੱਠੀ ਪੇਟ ਦੇ ਅੰਦਰ ਵੱਖੀ ਦੇ ਵਿੱਚ ਹੋਇਆ ਕੁਝ। ਟਰੱਕ ਰੋਕਦਿਆਂ ਮੈਨੂੰ ਬਲੱਡ ਦੀ ਛਾਲੀ ਆਈ। ਅੱਛਾ ਜੀ। ਇੱਕਦਮ ਟਰੱਕ ਜਿਹੜਾ ਮੈਂ ਪਾਰਕਿੰਗ ਲਾਇਆ, ਲਾਗੇ ਹੀ ਰਸਟ ਏਰੀਆ, ਕੁਦਰਤ ਨੇ ਬਖਸ਼ਿਆ, ਨਹੀਂ ਤੇ ਰੋਡ ਤੇ ਖਲੋਣਾ ਪੈ ਜਾਣਾ ਸੀਗਾ। ਅੱਖਾਂ ਤੋਂ ਦਿਸਣੋਂ ਵੀ ਹਟ ਗਿਆ। ਇੱਕਦਮ ਲਾਉਂਦਿਆਂ ਤਾਂ ਮੈਂ ਆਪਣੇ ਡਰਾਈਵਰ ਸਾਈਡ ਦੀ ਸ਼ੀਟ ਖੋਲ ਕੇ ਉੱਤੋਂ ਮੈਂ ਛਾਲ ਹੀ ਮਾਰੀ ਤੇ ਮੈਂ ਮੁੱਦਾ ਹੀ ਡਿੱਗ ਪਿਆ। ਮੇਰੇ ਕੰਨਾਂ ਰਾਹੀਂ, ਮੂੰਹ ਨੱਕ ਰਾਹੀਂ ਵੀ ਬਲੱਡ ਵਗ ਗਿਆ। ਜਿਹੜਾ ਮੇਰੇ ਨਾਲ ਸੁੱਖਾ ਸਿੰਘ, ਸੁਖਵੰਤ ਸਿੰਘ ਹੈ, ਉਹ ਸਾਡੇ ਇਲਾਕੇ ਦਾ ਹੀ ਆ ਮੁੰਡਾ, ਨੌਜਵਾਨ। ਅੱਛਾ, ਨਾਲ ਟਰੱਕ ਚਲਾਉਂਦਾ ਸੀ ਉਹ ਵੀ? ਉਹ ਸਿੱਖਣ ਵਾਸਤੇ ਮੇਰੇ ਨਾਲ ਚੜਿਆ ਸੀਗਾ। ਅੱਛਾ ਜੀ। ਉਹ ਵੀ ਇੱਥੇ ਐਲਸ ਮਰਾਂਟੇ ਗੁਰੂ ਘਰ ਕੀਰਤਨ ਦੀ ਡਿਊਟੀ ਨਿਭਾਉਂਦਾ ਸੀ ਤੇ ਮੈਂ ਹੀ ਉਹਨੂੰ ਪ੍ਰੇਰਿਆ ਸੀ ਵੀ ਆ ਜਾਓ ਆਪਾਂ ਰਲ ਮਿਲ ਕੇ, ਵੀ ਉੱਥੇ ਇੰਡੀਆ ਵੀ ਇਕੱਠੇ ਰਹਿੰਦੇ ਰਹੇ ਆ ਤੇ ਇੱਥੇ ਵੀ ਆਪਾਂ ਤੇ ਬੜਾ ਸੋਹਣਾ ਹੈ, ਰੁਜ਼ਗਾਰ ਵਾਸਤੇ ਆਏ ਆ। ਠੀਕ। ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਉਹ ਜਿਹੜਾ ਸੁਖਵੰਤ ਸਿੰਘ, ਸੁੱਖਾ ਸਿੰਘ ਰਾਗੀ ਸਿੰਘ ਸੀਗਾ, ਉਹ ਵੀ ਘਬਰਾ ਗਿਆ, ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਉਹਨੇ ਸਮਝਿਆ ਵੀ ਇਹਦੀ ਡੈਥ ਹੋ ਗਈ, ਵੀ ਅਟੈਕ ਹੋ ਗਿਆ। ਮੈਂ ਡਿੱਗਾ ਪਿਆ ਮੂੰਹ ਕਰਨੇ, ਮੈਨੂੰ ਥੋੜੀ ਸੁਰਤ ਆ ਤੇ ਗੋਰੇ ਵੀ ਭੱਜ ਕੇ ਆਏ। ਇੱਕਦਮ ਕਿਸੇ ਗੋਰੇ ਨੇ, ਵੀਰ ਨੇ ਹੀ ਕਾਲ ਕੀਤੀ, ਨਾਲ ਦੀ ਨਾਲ ਹੈਲੀਕਾਪਟਰ ਆ ਗਿਆ, ਐਂਬੂਲੈਂਸ ਆ ਗਈ। ਹੈਲੀਕਾਪਟਰ ਉੱਤੇ ਘੁੰਮਦਾ ਮੈਂ ਵੇਖ ਰਿਹਾ, ਤਾਂ ਨੂੰ ਮੇਰਾ ਮੂੰਹ ਆ ਤੇ ਮੇਰੇ ਸਰੀਰ ਦੀ ਸੱਤਿਆ ਬਿਲਕੁਲ એનર્ਜੀ ਖਤਮ ਹੋ ਗਈ। ਉਹ ਸੁਖਵੰਤ ਸਿੰਘ ਕੋਲ ਖਲੋਤਾ ਵੇਖ ਰਿਹਾ ਮੈਂ, ਉਹਦੀਆਂ ਅੱਖਾਂ ਸੇਜਲ ਹੋਈਆਂ, ਰੋ ਰਿਹਾ ਸੀਗਾ। ਮੈਂ ਵੇਖ ਰਿਹਾ, ਘਬਰਾ ਗਿਆ, ਕਿਉਂਕਿ ਉਹ ਸਮਾਂ ਕਿਸੇ ਤੋਂ ਨਹੀਂ ਬਰਦਾਸ਼ਤ ਹੁੰਦਾ। ਕਾਫੀ ਡਰਾਈਵਰ ਜਿਹੜੇ ਹੋਰ ਗੋਰੇ ਕਾਲੇ ਮਕਸੀਕੀ ਘੇਰੇ ਬੰਨੇ ਖਲੋ ਗਏ ਆ। ਤਾਂ ਨਾਲ ਦੀ ਨਾਲ ਐਂਬੂਲੈਂਸ ਆਈ ਆ। 10-15 ਮਿੰਟ ਦਾ ਹੀ ਹਸਪੀਟਲ ਤੋਂ ਰਸਤਾ ਸੀ। ਐਂਬੂਲੈਂਸ ਆਈ ਆ, ਫਾਇਰ ਬ੍ਰਿਗੇਡ ਆਇਆ, ਪੂਰਾ ਪੁਲਿਸ ਸਟਾਫ ਆਇਆ, ਜਿਸ ਤਰ੍ਹਾਂ ਇਹ ਆਉਂਦੇ ਆ। ਉਹਨਾਂ ਨੇ ਫਿਰ ਮੈਨੂੰ ਕੰਟਰੋਲ ਕੀਤਾ। ਇੱਕਦਮ ਮੇਰੇ ਮੂੰਹ 'ਚ ਨਾਲੀਆਂ ਲਾਈਆਂ ਤੇ ਵੇਖਿਆ ਤੇ ਉਹਨਾਂ ਨੇ ਹੈਲੀਕਾਪਟਰ ਥੱਲੇ ਨਹੀਂ ਉਤਰਨ ਦਿੱਤਾ। ਮੈਨੂੰ ਐਂਬੂਲੈਂਸ ਦੇ ਵਿੱਚ ਮਿੰਟੋ ਸਕਿੰਟੀ ਹਸਪੀਟਲ ਲੈ ਗਿਆ। ਮੈਂ ਉੱਥੇ ਜਾਂਦਿਆਂ ਜਿਹੜਾ ਨਾ ਕਾਫੀ ਬੇਹੋਸ਼ ਹੋ ਗਿਆ। ਜਾ ਕੇ ਉੱਥੇ ਮੈਨੂੰ ਜਦੋਂ ਹਸਪੀਟਲ 'ਚ ਪਾਇਆ ਤੇ
ਇਹ ਨੌਜਵਾਨ ਸੁਖਵੰਤ ਸਿੰਘ ਜੀ ਵੀ ਗਏ ਨੇ, ਇਹ ਉੱਥੇ ਥੋੜਾ ਜਿਹਾ ਚਿਰ ਰੁਕੇ ਨੇ ਤੇ ਰੁਕਣ ਤੋਂ ਬਾਅਦ ਕੁਝ ਸਮਾਂ ਮੈਂ ਥੋੜਾ ਜਿਹਾ ਭੁੱਲਦਾ ਲੱਗਦਾ, ਮੇਰਾ ਖਿਆਲ ਹੈ ਸ਼ਾਇਦ ਤੇ ਰਾਤ ਵੀ ਰਹੇ ਨੇ, ਟਾਈਮ ਬੜਾ ਹੋ ਗਿਆ। ਇਹ ਉੱਥੋਂ ਫਿਰ ਜਦੋਂ ਆ ਗਏ ਨੇ ਤੇ ਉਦੋਂ ਬਾਅਦ ਮੇਰੇ ਹਾਲਾਤ ਜਿਹੜੇ ਨੇ ਇੱਕ ਤਰ੍ਹਾਂ ਸਹੀ ਹੋ ਗਏ ਨੇ ਤੇ ਬਾਅਦ ਚ ਵਿਗੜ ਗਏ। ਅਗਲੀ ਸਵੇਰੇ ਕੁਛ ਕੁ ਸਮੇਂ ਤੋਂ ਬਾਅਦ ਮੇਰਾ ਅਕਾਲ ਚਲਾਣਾ ਹੋ ਗਿਆ, ਮੇਰੀ ਮੌਤ ਹੋ ਗਈ। ਮੇਰੀ ਮੌਤ ਹੋ ਗਈ ਆ, ਮੈਨੂੰ ਕੋਈ ਪਤਾ ਨਹੀਂ ਮੈਂ ਕਿੱਥੇ ਆ, ਪਰ ਕਾਰਨ ਇਹ ਵਾਪਰਿਆ ਕਿ ਮੈਨੂੰ ਉਹ ਸੀਨ ਅੱਜ ਵੀ ਯਾਦ ਆ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਮੇਰੇ ਕੀਤੇ ਹੋਏ ਮਾੜੇ ਕਰਮ ਜਿਹੜੇ ਸੀ ਉਹ ਮੈਨੂੰ ਪ੍ਰੈਕਟੀਕਲ ਪਤਾ ਲੱਗਾ ਹੈ ਕਿ ਮੈਂ ਬਹੁਤ ਕੋਈ ਕਰਮੀ ਸਾਂ ਬੰਦਾ। ਜਦੋਂ ਮੇਰੀ ਡੈਥ ਹੋਈ ਆ, ਮੈਂ ਲੁਕਾਉਣਾ ਨਹੀਂ ਚਾਹੁੰਦਾ, ਮੈਨੂੰ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈ ਕਿ ਮੈਂ ਸੰਗਤ ਦੇ ਸਾਹਮਣੇ ਹੁਣ ਰੂਬਰੂ ਆ। ਤੇ ਜਮਦੂਤ ਆਏ ਨੇ ਜਿਨ੍ਹਾਂ ਦੇ ਕਾਲੇ ਸ਼ਾਹ ਰੰਗ ਨੇ ਤੇ ਵਾਲ ਬੜੇ ਲੰਬੇ ਲੰਬੇ ਨੇ ਤੇ ਕੱਦ ਬੜੇ ਭਿਆਨਕ ਨੇ। ਮੇਰੀ ਆਪਣੇ ਸਰੀਰ ਚੋਂ ਰੂਹ ਨਿਕਲਦੀ ਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਨਿਕਲ ਗਈ ਆ, ਮੈਂ ਸਰੀਰ ਕਿਹੜੇ ਵੇਲੇ ਛੱਡਿਆ ਉਹ ਮੈਨੂੰ ਕੋਈ ਯਾਦ ਨਹੀਂ। ਮੈਨੂੰ ਉੱਥੋਂ ਕਿ ਜਾ ਕੇ ਯਾਦ ਹੋਇਆ ਹੈ ਕਿ ਜਦੋਂ ਇੱਕਦਮ ਉਹਨਾਂ ਨੇ ਝਪਟ ਮਾਰ ਕੇ ਮੇਰੀਆਂ ਬਾਹਾਂ ਤੋਂ ਮੈਨੂੰ ਫੜ ਲਿਆ ਤੇ ਮੈਂ ਅਲਫ ਨੰਗਾ ਆ, ਬਿਲਕੁਲ ਮੇਰੇ ਸਰੀਰ ਤੇ ਕੋਈ ਕੱਪੜਾ ਨਹੀਂ। ਕੇਸ ਮੇਰੇ ਬਹੁਤ ਲੰਬੇ ਸਨ ਉਸ ਸਮੇਂ, ਖੁੱਲੇ ਕੇਸ ਨੇ। ਦੋ ਜਾਣਿਆਂ ਨੇ ਦੋਵਾਂ ਬਾਹਾਂ ਤੋਂ ਫੜਿਆ ਤੇ ਇੱਕ ਜਾਣੇ ਨੇ ਮਗਰੋਂ ਜੁੱਤੀ ਲਾਈ ਆ ਤੇ ਮੇਰੇ ਸਿਰ ਵਿੱਚ ਬੜੀਆਂ ਜ਼ੋਰ ਦੀ ਉਹ ਜੁੱਤੀਆਂ ਮਾਰਦਾ। ਤੇ ਉਹਨਾਂ ਦੇ ਜਮਦੂਤ ਜਿਹੜੇ ਨੇ ਉਹ ਕੁੱਟਦੇ ਲਿਜਾਂਦੇ ਨੇ ਤੇ ਬਿਲਕੁਲ ਸਹੀ ਵਾਤਾਵਰਨ ਉਦੋਂ ਸੀ, ਕਣਕਾਂ ਦੀਆਂ ਵਾਢੀਆਂ ਸਨ। ਕਣਕਾਂ ਦੀਆਂ ਵਾਢੀਆਂ ਸਨ ਤੇ ਵੱਢਾਂ ਦੇ ਰਾਹੀਂ ਪੈਰਾਂ ਤੋਂ ਨੰਗਾ, ਪੈਰਾਂ ਦੇ ਵਿੱਚ ਕਰਚੇ ਵੱਜ ਰਹੇ ਸੀਗੇ ਬਹੁਤ ਜ਼ਿਆਦੇ। ਤੇ ਮੈਂ ਅਲਫ ਨੰਗਾ ਸਾਂ ਤੇ ਬੜੀ ਮੈਂ ਸ਼ਰਮ ਵੀ ਮਹਿਸੂਸ ਕਰਦਾ ਸਾਂ। ਮੈਨੂੰ ਨਹੀਂ ਸੀ ਪਤਾ ਕਿ ਮੇਰੀ ਡੈਥ ਹੋ ਚੁੱਕੀ ਆ, ਮੈਂ ਸੂਖਸ਼ਮ ਸਰੀਰ ਦੇ ਵਿੱਚ ਆ, ਜਿਹੜਾ ਸਰੀਰ ਦੁਨਿਆਵੀ ਮੇਰਾ ਉਹ ਨਹੀਂ ਮੈਨੂੰ ਪਤਾ ਹੈਗਾ, ਬਿਲਕੁਲ ਨਹੀਂ ਮੈਨੂੰ ਪਤਾ ਹੈਗਾ ਵੀ ਰੂਹ ਨੂੰ ਲਿਜਾ ਰਹੇ ਆ, ਮੇਰੀ ਰੂਹ ਨੂੰ ਲਿਜਾ ਰਹੇ ਨੇ। ਕਿਵੇਂ ਆ, ਮੈਨੂੰ ਐਂ ਲੱਗਦਾ ਸੀ ਕਿ ਮੈਨੂੰ ਇਹ ਉਤਰਾ ਹੀ ਫੜ ਕੇ ਲੈ ਕੇ ਜਾ ਰਹੇ। ਤੇ ਉਹਨਾਂ ਦੀਆਂ ਡਰਾਉਣੀਆਂ ਸ਼ਕਲਾਂ ਤੋਂ ਮੈਂ ਭੈ ਪੀਤ ਹੋਇਆ ਸਾਂ ਤੇ ਮੇਰਾ ਮੂੰਹ ਵੀ ਸੁੱਕ ਰਿਹਾ ਸੀ, ਪਿਆਸ ਵੀ ਲੱਗੀ ਹੋਈ ਸੀ, ਅੱਤ ਦੀ ਗਰਮੀ ਸੀ। ਕਣਕ ਦੇ ਵੱਢ ਦੇ ਕਰਚਿਆਂ ਦੇ ਨਾਲ ਮੇਰੇ ਪੈਰਾਂ ਦੇ ਵਿੱਚ ਵੀ ਜ਼ਖਮ ਹੋ ਗਏ ਸੀ ਤੇ ਮੈਂ ਤਰਲੇ ਲੈਂਦਾ ਸਾਂ, ਪਰ ਉਹਨਾਂ ਨੇ ਬਾਹਾਂ ਇਸ ਤਰ੍ਹਾਂ ਘੁੱਟ ਕੇ ਫੜੀਆਂ ਸੀ। ਪਰ ਜੁੱਤੀ ਮੇਰੀ ਇੰਨੀ ਸਰਵਿਸ ਕਰ ਰਹੀ ਸੀ, ਇੰਨੀ ਪ੍ਰੇਟ ਕੀਤੀ ਉਹਨਾਂ ਰੀਝ ਦੇ ਨਾਲ। ਅੱਗੇ ਜਦੋਂ ਲੈ ਕੇ ਦੂਰ ਗਏ ਨੇ ਤੇ ਇੱਕ ਬੜੀ ਨਦੀ ਹੈ, ਕਾਲਾ ਸ਼ਾਹ ਪਾਣੀ ਹੈ, ਜਿੱਥੇ ਪਾਣੀ ਦਾ ਤਲ ਗਹਿਰਾ ਭਾਰਾ ਹੋਵੇ ਉਹ ਰੰਗ ਉਹਦਾ ਕਾਲਾ ਹੋ ਜਾਂਦਾ। ਉਹਦੇ ਵਿੱਚ ਮੈਨੂੰ ਲੱਗੇ ਆ ਸੁੱਟਣ ਇੱਕ ਨਿਹੰਗ ਸਿੰਘ ਦੇ ਰੂਪ ਵਿੱਚ ਵਰਸ਼ਾ ਫੜ ਕੇ ਅੱਗੇ ਖਲੋਤਾ ਹੈ। ਤੇ ਉਹਨੂੰ ਮੈਂ ਸਿਆਣ ਲਿਆ, ਉਸ ਬੰਦੇ ਨੂੰ ਕਿ ਨਿਹੰਗ ਸਿੰਘ ਕੌਣ ਹੈ। ਉਹ ਸਨ ਟਕਸਾਲ ਦੇ ਵਿਦਿਆਰਥੀ ਬਾਬਾ ਸੰਤੋਖ ਸਿੰਘ ਜੀ ਰੱਬ ਜੀ ਪਟਿਆਲੇ ਵਾਲੇ। ਉਹਨਾਂ ਨੇ ਵਰਸ਼ਾ ਫੜਿਆ ਹੈ, ਬਾਣਾ ਪਾਇਆ ਹੈ, ਦਮਾਲਾ ਸਜਾਇਆ ਹੈ ਤੇ ਬਾਣਾ ਵੀ ਉਹਨਾਂ ਨੇ ਨੀਲਾ ਨਿਹੰਗ ਸਿੰਘਾਂ ਵਾਲਾ ਪਾਇਆ। ਉਹ ਹੈਗੇ ਨੇ ਹੁਣ? ਉਹ ਹੈਗੇ ਨੇ ਜੀ। ਕਿੱਥੇ ਰਹਿੰਦੇ ਨੇ ਉਹ ਰਹਿੰਦੇ ਉਹਨਾਂ ਦਾ ਪਰਿਵਾਰ ਤੇ ਪਟਿਆਲੇ ਵਿੱਚ ਰਹਿਸ਼ ਆ। ਤੇ ਆਪ ਕੀਰਤਨ ਦੀ ਸੇਵਾ ਨਿਭਾ ਰਹੇ ਨੇ, ਬੜੀ ਚੜ੍ਹਦੀ ਕਲਾ ਵਾਲੇ ਨੇ। ਉੱਥੇ ਸੇਵਾ ਨਿਭਾ ਰਹੇ। ਹਾਂਜੀ, ਭਾਈ ਸੰਤੋਖ ਸਿੰਘ ਰੱਬ ਜੀ ਹੋਣੀ ਵਰਸ਼ਾ ਲੈ ਕੇ ਖਲੋਤੇ ਨੇ ਤੇ ਕਹਿੰਦੇ ਨੇ ਉਹ ਇਹਨੂੰ ਕਿੱਧਰ ਖਿੱਚੀ ਜਾਂਦੇ ਜੇ, ਮੈਂ ਤਾਂ ਇਹਦੇ ਤੋਂ ਪੈਸੇ ਲੈਣੇ ਆ। ਕਿਉਂਕਿ ਪੈਸੇ ਉਹਨਾਂ ਤੋਂ ਮੈਂ ਲਏ ਸੀ। ਉਹਨਾਂ ਨੇ ਮੇਰੀ ਬੜੀ ਮਦਦ ਇੱਥੇ ਅਮਰੀਕਾ ਦੇ ਵਿੱਚ ਕੀਤੀ ਆ। ਮੈਂ ਮਨੁੱਕਰ ਨਹੀਂ ਹੋ ਸਕਦਾ। ਜਦੋਂ ਮੈਂ ਆਇਆ ਸਾਂ ਮੇਰੇ ਉੱਤੇ ਉਹਨਾਂ ਨੇ ਪੈਸਾ ਲਾਇਆ ਸੀ ਮੈਨੂੰ, ਉਹਨਾਂ ਨੇ ਬੜਾ ਮੇਰੀ ਮਦਦ ਕੀਤੀ। ਅੱਜ ਵੀ ਮੈਂ ਉਹਨਾਂ ਦੇ ਪਰਿਵਾਰ ਦਾ ਧੰਨਵਾਦੀ ਹਾਂ। ਉਹਨਾਂ ਕੋਲੋਂ ਕੋਈ ਪੈਸੇ ਉਧਾਰੇ ਫੜੇ ਜਾਂ ਉਹਨਾਂ ਵੈਸੇ ਮੈਨੂੰ ਮਦਦ ਕੀਤੀ ਸੀ? ਉਹਨਾਂ ਨੇ ਮੇਰੀ ਮਦਦ ਕੀਤੀ ਸੀ। ਮੈਨੂੰ ਇੱਥੇ ਪੈਸਿਆਂ ਦੀ ਲੋੜ ਪੈ ਗਈ ਸੀ, ਮੈਂ ਪੱਕੇ ਆਉਣ ਵਾਸਤੇ ਪੈਸੇ ਫੜੇ ਸੀ, ਮੈਂ ਉਹਨਾਂ ਤੋਂ ਦਿੱਤੇ ਸੀ। ਮੈਨੂੰ ਉਹਨਾਂ ਨੇ ਆਖਿਆ ਤੂੰ ਮੇਰਾ ਭਰਾ ਆ, ਕਿਸੇ ਗੱਲ ਦੀ ਪਰਵਾਹ ਨਾ ਕਰ, ਤੈਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ। ਤੇ ਪੈਸੇ ਸੀ ਤੇ ਪੈਸੇ ਉਹਨਾਂ ਨੇ ਲੈਣੇ ਵੀ ਸੀ, ਪਰ ਕੁਛ ਕਾਰਨਾਂ ਕਰਕੇ ਕੁਛ ਕੁ ਮੈਂ ਦਿੱਤੇ ਤੇ ਕੁਛ ਕੁ ਥੋੜੇ ਜਿਹੇ ਰਹਿੰਦੇ ਸੀ। ਉਹ ਵੀ ਮੇਰੀਆਂ ਮਜਬੂਰੀਆਂ ਨੂੰ ਸਮਝਦੇ ਸੀ। ਅੱਜ ਵੀ ਸਾਡਾ ਪਿਆਰ ਬੜਾ ਆ, ਗੱਲਬਾਤ ਹੁੰਦੀ ਰਹਿੰਦੀ ਆ, ਜਦੋਂ ਜਾਂਦੇ ਆ ਮਿਲਦੇ ਆ ਉਹਨਾਂ ਨੂੰ। ਉਹਨਾਂ ਨੂੰ ਮੈਂ ਸਿਆਣਿਆ ਤੇ ਉਹਨਾਂ ਨੇ ਬੜੀ ਜੁਰਤ ਦੇ ਨਾਲ ਉਹਨਾਂ ਜਮਦੂਤਾਂ ਨੂੰ ਆਖਿਆ, ਓਏ ਇਹਨੂੰ ਕਿੱਧਰ ਲਈ ਜਾਂਦੇ ਜੇ ਤੁਸੀਂ, ਛੱਡੋ ਇਹਨੂੰ, ਇਹਦੇ ਤੋਂ ਤੇ ਅਜੇ ਮੈਂ ਪੈਸੇ ਲੈਣੇ ਆ।
ਜਿਵੇਂ ਉਹ ਮੇਰਾ ਭਾਰ ਜਿਹਾ ਜਮਦੂਤ ਤੋਲ ਰਹੇ ਸੀ, ਆਪਾਂ ਕੋਈ ਚੀਜ਼ ਸੁੱਟਦੇ ਆ ਤੇ ਵਗਾ ਕੇ ਮਾਰਦੇ ਆ, ਉਹਨਾਂ ਨੇ ਮੇਰਾ weight ਜਿਹਾ ਤੋਲਿਆ ਬਾਹਾਂ ਨਾਲ ਤੇ ਸੁੱਟਣ ਦੀ ਤਿਆਰੀ, ਤੇ ਉਸੇ ਵੇਲੇ ਜਿਹੜਾ ਉਹਨਾਂ ਨੇ ਅੱਗੇ ਨਦੀ 'ਚ ਮੈਨੂੰ ਸੁੱਟਣ ਵਾਸਤੇ ਜ਼ੋਰ ਲਾਉਣਾ ਸੀ, ਉਹਨਾਂ ਨੇ ਪਿੱਛੇ ਨੂੰ ਝਟਕਾ ਮਾਰਿਆ ਤੇ ਮੈਂ ਕਣਕ ਦੇ ਵੱਢ ਦੇ ਵਿੱਚ ਮੂੰਹ ਪਰਨੇ ਡਿੱਗਾ। ਹੁਣ ਅਗਲੀ ਗੱਲ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਆ ਕਿ ਇੱਧਰ ਜਿੱਥੇ ਮੇਰਾ ਸਰੀਰ ਹਸਪੀਟਲ ਦੇ ਵਿੱਚ ਡੈੱਡ ਹੋ ਕੇ ਮਰ ਕੇ ਪਿਆ ਹੋਇਆ ਸੀ ਜੀ, ਮੇਰੇ ਗਿੱਟਿਆਂ ਨੂੰ, ਮੇਰੇ ਹੱਥਾਂ ਦੇ ਗੁੱਟਾਂ ਨੂੰ ਕੰਪਿਊਟਰ ਲਾਇਆ ਸੀ ਤੇ ਸਿਵਲ ਸਰਜਨ ਨੂੰ ਇੱਥੋਂ ਸਾਨ ਫਰਾਂਸਿਸਕੋ ਤੋਂ ਬਾਈ 에ਅਰ ਹਸਪੀਟਲ ਵਾਲਿਆਂ ਨੇ ਟੈਂਸੀ ਸਪ੍ਰਿੰਗਫੀਲਡ ਸਪੈਸ਼ਲਿਸਟ ਡਾਕਟਰ ਨੂੰ ਵੀ ਸੱਦਿਆ ਸੀ ਤੇ ਸਾਰਾ ਸਟਾਫ 12-14 ਜਾਣੇ, ਲੜਕੀਆਂ ਲੜਕੇ, ਡਾਕਟਰ ਨਰਸਾਂ ਘਰੇ ਬੰਨੇ ਖਲੋਤੀਆਂ ਸੀ। ਤੇ ਜਦੋਂ ਮੈਨੂੰ ਉੱਥੋਂ ਉਹਨਾਂ ਨੇ ਜਮਦੂਤਾਂ ਨੇ ਮੂੰਹ ਪਰਨੇ ਸੁੱਟਿਆ ਨਾ, ਪਛਾਂ ਉਸ ਨਿਹੰਗ ਸਿੰਘ ਦੇ ਆਖੇ ਲੱਗ ਕੇ ਉਹਦਾ ਬੜੀ ਜ਼ੁਰਤ ਨਾਲ ਆਖਿਆ ਉਹਨਾਂ ਨੇ, ਇਹਨੂੰ ਕਿੱਧਰ ਲਈ ਜਾਂਦੇ ਓਏ, ਇਹਦੇ ਤੋਂ ਤੇ ਮੈਂ ਪੈਸੇ ਲੈਣੇ ਤੇ ਲੈਣੇ ਵੀ ਸੀਗੇ। ਠੀਕ। ਤੇ ਇੱਧਰ ਜਦੋਂ ਸੁੱਟਿਆ ਤੇ ਮੈਂ ਮੂੰਹ ਪਰਨੇ ਡਿੱਗਾ, ਮੈਨੂੰ ਪੂਰਾ ਸੀਨ ਆ ਯਾਦ ਆ ਤੇ ਉਹ ਮੇਰੀ ਇਧਰੋਂ ਅੱਖ ਖੁੱਲੀ। ਠੀਕ। ਇੱਧਰ ਬੈੱਡ ਤੇ ਪੈ ਦੀ ਮੇਰੀ ਹਸਪੀਟਲ ਦੇ ਵਿੱਚ ਪਿਆ ਦੀ? ਹਾਂ, ਹਸਪੀਟਲ ਦੇ ਬੈੱਡ ਦੇ ਉੱਤੇ ਪਿਆ ਹੋਇਆ, ਜਿਹਨੂੰ ਨਾਲੀਆਂ ਟੂਟੀਆਂ ਲੱਗੀਆਂ ਨੇ। ਤੇ ਵੈਸੇ ਮੈਨੂੰ ਉਹਨਾਂ ਨੇ ਡੈਥ ਦਾ ਕਰਾਰ ਦਿੱਤਾ ਸੀ ਵੀ ਇਹ ਮਰ ਚੁੱਕਿਆ, ਮ੍ਰਿਤਕ ਕਰਾਰ ਦੇ ਦਿੱਤਾ ਸੀ ਉਹਨਾਂ ਨੇ, ਪਰ ਪਤਾ ਨਹੀਂ ਉਹ ਨਾਲੀਆਂ ਨੂਲੀਆਂ ਪੁੱਟ ਕਿਉਂ ਨਹੀਂ ਸੀ ਰਹੇ, ਬਸ ਉਹ ਬਖਸ਼ੇ। ਕੋਈ ਸਮਾਂ ਦੱਸਿਆ ਸੀ ਉਹਨਾਂ ਵੀ ਕਿੰਨੇ ਕੁ ਸਮਾਂ ਬਾਅਦ ਤੁਸੀਂ ਡੈਡ ਰਹੇ ਜੀ? ਹਾਂ ਜੀ, ਉਹਨਾਂ ਨੇ 6 ਘੰਟੇ ਦੱਸਿਆ ਸੀ। ਮਤਲਬ 6 ਘੰਟੇ ਤੁਸੀਂ ਮਰੇ ਰਹੇ ਹੋ। ਜਦੋਂ ਮੈਨੂੰ ਵਾਪਸ ਮੈਂ ਆਪਣੇ ਸਰੀਰ 'ਚ ਗਿਆ ਤੇ ਮੇਰਾ ਸਰੀਰ ਬਿਲਕੁਲ ਠੰਡਾ ਸੀਤ ਹੋਇਆ ਸੀ। ਇੰਨੇ ਘੰਟੇ ਮਰਨ ਤੋਂ ਬਾਅਦ ਆਪਾਂ ਆਮ ਮੁਰਦਿਆਂ ਨੂੰ ਵੇਖਦੇ, ਉਹਨਾਂ ਦਾ ਸਰੀਰ ਠੰਡਾ ਹੋ ਜਾਂਦਾ। ਮੇਰਾ ਮੱਥਾ ਆਪ ਠੰਡਾ, ਮੈਨੂੰ ਕੋਈ ਪਤਾ ਨਹੀਂ ਲੱਗਦਾ ਸੀ। ਉਹਨਾਂ ਨੇ ਸਾਰਾ ਕੁਝ ਦੱਸਿਆ ਵੀ ਤੁਸੀਂ 6 ਘੰਟੇ ਮਰੇ ਪੈ ਰਹੇ ਹੋ। 6 ਘੰਟੇ ਤੁਹਾਡੀ ਡੈਥ ਹੋ ਗਈ ਆ ਕਿਸ ਤਰ੍ਹਾਂ? ਹਾਂ ਜੀ, ਹਾਂ। ਮੈਨੂੰ ਇੰਨਾ ਕੁ ਜਿਹੜਾ ਸੀਨ ਯਾਦ ਆ ਕਿ ਜਿਹੜੀ ਉਹ ਜਮਦੂਤਾਂ ਨੇ ਰੀਝ ਨਾਲ ਮੇਰੀ ਸਰਵਿਸ ਕੀਤੀ, ਉਹ ਨਿਹੰਗ ਸਿੰਘ ਜੀ ਮਿਲੇ, ਉੱਥੇ ਗਏ, ਵਾਪਸ ਆਉਂਦੇ। ਅੱਛਾ, ਤੁਹਾਡੇ ਘਰ ਦੇ ਉੱਥੇ ਪਹੁੰਚ ਚੁੱਕੇ ਸੀ? ਨਹੀਂ, ਅਜੇ ਉਹਨਾਂ ਨੇ ਆਉਣਾ ਸੀ, ਉਧਰੋਂ ਤਿਆਰੀਆਂ ਸੀਗੀਆਂ। ਤੇ ਉਹਨਾਂ ਨੂੰ ਦੱਸ ਦਿੱਤਾ ਸੀ ਵੀ ਡੈਥ ਹੋ ਗਈ? ਨਹੀਂ, ਉਹਨਾਂ ਨੂੰ ਕੁਝ ਨਹੀਂ ਦੱਸਿਆ, ਮੇਰਾ ਕਨੈਕਸ਼ਨ ਕਿਸੇ ਨਾਲ ਨਹੀਂ ਸੀ ਹੈਗਾ। ਉਹ ਤਾਂ ਬਾਅਦ ਵਿੱਚ ਫਿਰ ਮੈਂ ਦੱਸਿਆ ਰੱਬ ਜੀ ਉਹਨਾਂ ਨੂੰ, ਤੇ ਇਹਨਾਂ ਨੇ ਫਿਰ ਘਰ ਗੱਲਾਂ ਕੀਤੀਆਂ ਵੀ ਇਸ ਤਰ੍ਹਾਂ ਕਰਕੇ ਆਹ ਗੱਲ ਆ। ਤੇ ਉਹ ਚਲੋ ਜੀ, ਮਹਾਰਾਜ ਨੇ ਕਿਰਪਾ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਸਾਹਿਬ ਜੀ ਨੇ। ਮੈਂ ਤੁਹਾਡੇ ਚਰਨ ਪਰਸਣੇ ਸੀ, ਸਿੱਖ ਸੰਗਤਾਂ ਦੇ ਪਰਸਣੇ ਸੀ। ਅਜੇ ਕੋਈ ਅਨਾਜ ਹੋਰ ਛਕਣਾ ਸੀਗਾ, ਪਰਿਵਾਰ ਉੱਥੇ ਤਿਆਰੀ ਕਰ ਰਿਹਾ ਸੀ, ਅਖੰਡ ਪਾਠ ਸਾਹਿਬ ਰੱਖਿਆ ਸੀਗਾ। ਇਧਰੇ ਮੇਰੇ ਨਾਲ ਭਾਣਾ ਵਾਪਰਿਆ ਤੇ ਜਿਸ ਵੇਲੇ ਮੇਰੀਆਂ ਅੱਖਾਂ ਖੁੱਲੀਆਂ, ਮੈਂ ਮੁਰਦਾ ਦੇਹ ਦੇ ਵਿੱਚੋਂ ਫਿਰ ਸਰਜੀਤ ਹੋਏ, ਪ੍ਰਵੇਸ਼ ਕੀਤਾ। ਤੇ ਮੈਨੂੰ ਉਹਨਾਂ ਬੱਚਿਆਂ ਨੇ, ਮੇਰੀਆਂ ਉਹ ਧੀਆਂ ਨੇ, ਮੇਰੇ ਉਹ ਪੁੱਤਰ ਨੇ, ਜਿਹੜੇ ਨੰਨੇ ਬੱਚੇ ਸੀਗੇ, ਮਤਲਬ ਕਿ ਡਾਕਟਰ ਤੇ ਨਰਸਾਂ, ਉਹਨਾਂ ਨੇ ਮੈਨੂੰ ਇੰਨਾ ਕੁ ਪਿਆਰ ਦਿੱਤਾ ਵੀ ਮੈਂ ਉਹ ਗੱਲ ਲੁਕਾ ਨਹੀਂ ਸਕਦਾ। ਇੱਕ ਬੰਨੇ ਇੱਕ ਬੱਚੀ ਨਰਸ ਮੇਰੇ ਨਾਲ ਹੀ ਬੈੱਡ ਤੇ ਪੈ ਗਈ, ਇੱਕ ਬੰਨੇ ਨੌਜਵਾਨ ਗੋਰਾ ਵੀ ਮੇਰੇ ਪਿਆ ਗਿਆ, ਤੇ ਉਹਨਾਂ ਨੇ ਮੇਰਾ ਮੱਥਾ ਵੀ ਚੁੰਮਿਆ, ਮੇਰੇ ਹੱਥ ਵੀ ਚੁੰਮੇ, ਮੈਨੂੰ ਜੱਫੀਆਂ ਵੀ ਘੁੱਟ-ਘੁੱਟ ਕੇ ਉਹਨਾਂ ਨੇ ਪਾਈਆਂ। ਪਰ ਮੇਰਾ ਸਰੀਰ ਬਲਹੀਣਾ ਹੋ ਚੁੱਕਾ ਸੀ। ਤੇ ਜਿਹੜੇ ਦੂਜੇ ਸੀ, ਉਹਨਾਂ ਨੇ ਭੰਗੜੇ ਪਾਉਣੇ ਸ਼ੁਰੂ ਕੀਤੇ, ਬੜੀ ਖੁਸ਼ੀ ਮਨਾਈ, ਉਹਨਾਂ ਨੇ ਤਾੜੀਆਂ ਵੀ ਮਾਰੀਆਂ। ਬੰਦਾ ਦੁਬਾਰਾ ਇੰਨੀ ਕੋ ਖੁਸ਼ੀ ਮਨਾਈ ਹੋ ਸਕਦਾ, ਮੇਰਾ ਪਰਿਵਾਰ ਕੋਲ ਹੁੰਦਾ ਜਾਂ ਕੋਈ ਹੋਰ ਹੁੰਦਾ ਤੇ ਉਹ ਇੰਨੀ ਖੁਸ਼ੀ ਨਾ ਮਨਾਉਂਦੇ। ਠੀਕ। ਉਹਨਾਂ ਨੇ ਕੁਝ ਲਿਆਣ ਕੇ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਕਰਾਇਆ ਵੀ ਇਹ ਮੇਰੀਆਂ ਅੱਖਾਂ ਦੇ, ਪਰ ਮੈਂ ਬੋਲਣ ਦੇ ਸਮਰੱਥ ਨਹੀਂ ਸਾਂ, ਮੈਂ ਇੰਨਾ ਵੀਕ ਹੋ ਚੁੱਕਾ ਸਾਂ ਬਹੁਤ ਜ਼ਿਆਦਾ। ਉਹ ਅੱਜ ਵੀ ਸੀਨ ਮੈਂ ਯਾਦ ਕਰਦਾ ਹਾਂ, ਬਿਲਕੁਲ ਮੈਨੂੰ ਯਾਦ ਆ, ਮੈਂ ਸੱਚ ਬੋਲ ਰਿਹਾ। ਮੈਨੂੰ ਮੇਰੇ ਜਿਵੇਂ ਨਾ ਟੋਟਲ ਮੈਂ 16 ਦਿਨ ਉੱਥੇ ਸਪਰਿੰਗਫੀਲਡ ਹਸਪੀਟਲ ਟੈਂਸੀ ਸਟੇਟ ਦੇ ਵਿੱਚ ਹਾਈਵੇ 40 ਦੇ ਉੱਤੇ ਮੈਂ ਰਿਹਾ। ਉਦੋਂ ਬਾਅਦ ਡਾਕਟਰ ਮੈਨੂੰ ਕਹਿੰਦੇ ਸੀ ਵੀ ਤੁਸੀਂ ਹੁਣ ਹਾਰਟ ਵਰਕ ਸਾਰੀ ਜ਼ਿੰਦਗੀ ਨਹੀਂ ਕਰ ਸਕਦੇ। ਅੱਛਾ, ਵੀ ਕੋਈ ਵੀ ਜ਼ੋਰ ਵਾਲਾ ਕੰਮ ਨਹੀਂ ਕੰਮ ਕਰ ਸਕਦੇ, ਕਿਉਂਕਿ ਮੇਰੇ ਅੰਦਰ ਬਲਾਸਟ ਹੋਇਆ ਸੀ, ਕੋਈ ਜ਼ਹਿਰ ਫਟਿਆ ਸੀ ਵੱਖੀ ਦੇ ਵਿੱਚ, ਕੁਝ ਵੀ ਨਹੀਂ ਸੀ ਕਰ ਸਕਦਾ ਮੈਂ ਵੀ। ਚਲੋ ਗੁਰੂ ਦੀ ਕਿਰਪਾ ਹੋਈ, ਪਰਿਵਾਰ ਨੇ ਮੇਰੀ ਸੇਵਾ ਸੰਭਾਲ ਕੀਤੀ, ਸੱਜਣਾ ਮਿੱਤਰਾਂ ਨੇ ਵੀ ਮੈਨੂੰ ਪਿਆਰ ਦਿੱਤਾ, ਕੁਝ ਮਿਲਣ ਵਾਸਤੇ ਵੀ ਆਏ। ਸਮਾਂ ਮੈਂ 3 ਕੁ ਮਹੀਨਿਆਂ ਬਾਅਦ ਜਦੋਂ ਆਪਣੇ ਆਪ ਨੂੰ ਵੇਖਿਆ, ਚੈੱਕ ਕਰਵਾਇਆ, ਫਿਰ ਡਾਕਟਰਾਂ ਕੋਲ ਉਹ ਕਹਿੰਦੇ ਹੁਣ ਤੇਰੇ ਅੰਦਰ ਕੋਈ ਕਮਜ਼ੋਰੀ ਨਹੀਂ, ਤੂੰ ਬਿਲਕੁਲ ਫਿੱਟ ਆ। ਉਦੋਂ ਬਾਅਦ ਫਿਰ ਮੈਂ ਟਰੱਕ ਤੇ ਚੜਿਆ ਤੇ ਲੰਬਾ ਸਮਾਂ ਆਲ ਓਵਰ ਅਮਰੀਕਾ ਮੈਂ ਇਕੱਲੇ ਨੇ ਟਰੱਕ ਵੀ ਚਲਾਇਆ ਹੈ। ਤੇ ਫਿਰ ਤੁਸੀਂ ਉਹ ਜਿਹੜੇ ਸੰਤੋਖ ਸਿੰਘ ਹੋਣਾ ਦਾ ਕੋਈ ਪੈਸੇ ਦੇਣੇ ਸੀਗੇ? ਹਾਂਜੀ। ਉਹ ਫਿਰ ਬਾਅਦ ਚ ਮਿਲੇ ਉਹਨਾਂ ਨੂੰ? ਹਾਂਜੀ, ਉਹਨਾਂ ਨੂੰ ਮਿਲੇ ਆ, ਮਿਲੇ ਵੀ ਆ। ਤੇ
ਜੋ ਵੀ ਉਹਨਾਂ ਨੇ ਹੁਕਮ ਕੀਤਾ ਅੱਜ ਤੱਕ ਵੀ ਮਨੁੱਕਰ ਨਹੀਂ ਹੋਏ। ਜਿਵੇਂ ਉਹਨਾਂ ਨੇ ਮੇਰੀ ਲੋੜ ਦੇ ਟਾਈਮ ਤੇ ਮੇਰੀ ਮਦਦ ਕੀਤੀ, ਮੈਂ ਅੱਜ ਵੀ ਉਹਨਾਂ ਦੇ ਨਾਲ ਖੜਾ ਹਾਂ। ਠੀਕ। ਉਹਨਾਂ ਦੇ ਜਿਹੜੇ ਮੈਂ ਦੇਣੇ ਸੀ ਉਹ ਵੀ ਦਿੱਤੇ, ਲੇਟ ਹੋਣ ਦੀ ਮਾਫੀ ਵੀ ਮੰਗੀ, ਤੇ ਜੋ ਹੁਣ ਵੀ ਅੱਜ ਤੱਕ ਉਹ ਸੇਵਾ ਮੈਨੂੰ ਆਂਦੇ ਨੇ ਖੁੱਲੇ ਦਿਲ ਦੇ ਨਾਲ, ਜਿੰਨੀ ਕੁ ਜੋਗਾ ਮੈਂ ਹੈਗਾ ਹਾਂ ਉਹਨਾਂ ਦੀ ਮੰਗ ਤੋਂ ਅੱਜ ਵੀ ਮੈਂ। ਅੱਛਾ, ਫੇਰ ਘਟਨਾ ਸਾਰੀ ਤੁਸੀਂ ਉਹਨਾਂ ਦੇ ਨਾਲ ਸੰਤੋਖ ਸਿੰਘ ਨਾਲ ਵੀ ਸਾਂਝੀ ਕੀਤੀ? ਤੇ ਕਈ ਵਾਰ ਹੁਣ ਵੀ ਮੈਨੂੰ ਫੋਨ ਤੇ ਹੱਸਦੇ ਹੁੰਦੇ ਨੇ ਕਿ ਯਾਰ ਇਹ ਕਰਾਂ ਉਹ ਗੱਲ ਫੇਰ ਸੁਣਾ ਮੈਨੂੰ, ਫੇਰ ਦੁਬਾਰਾ ਸੁਣਾ। ਮੈਂ ਕਿਵੇਂ ਕੱਢ ਕੇ ਲਿਆ ਮੈਂ। ਹਾਂਜੀ ਹਾਂਜੀ, ਤੇ ਉਹਨਾਂ ਨੇ ਕਈਆਂ ਨਾਲ ਸਾਂਝੀ ਵੀ ਕੀਤੀ ਹੈ, ਪਰ ਚੱਲ ਤੇ ਆ ਸਾਡੇ ਜਿੰਨੇ ਵੀ ਸੱਜਣ ਮਿੱਤਰ ਆ ਨਾ। ਅੱਛਾ। ਉਸ ਤੋਂ ਬਾਅਦ ਫਿਰ ਮੈਂ ਉਸ ਤੋਂ ਬਾਅਦ ਜੀਵਨ ਦੇ ਵਿੱਚ ਕੀ ਤਬਦੀਲੀ ਮਹਿਸੂਸ ਕੀਤੀ? ਤਬਦੀਲੀ ਇਹ ਆਈ ਕਿ ਉਸ ਝਟਕੇ ਨੇ ਮੇਰਾ ਜਿਹੜਾ ਜੀਵਨ ਆ, ਉਹ ਜੋ ਕੁਝ ਮੇਰੇ ਨਾਲ ਵਾਪਰਿਆ, ਮੇਰੇ ਨਾਲ ਤਸੱਦਦ ਹੋਇਆ, ਜਮਦੂਤਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ, ਹਾਂਜੀ, ਉਹਨੇ ਮੈਨੂੰ ਇੰਨਾ ਕੁ ਭੈ ਭੀਤ ਕੀਤਾ ਕਿ ਮੈਂ ਆਪਣੇ ਜੀਵਨ ਦੇ ਵਿੱਚ ਕੁਛ ਤਬਦੀਲੀ ਜਿਹੜੀ ਆ ਉਹ ਕੀਤੀ। ਉਸ ਤੋਂ ਪਹਿਲਾਂ ਕਦੀ ਤੁਸੀਂ ਮਹਿਸੂਸ ਕੀਤਾ ਸੀ ਵੀ ਮਰਨ ਤੋਂ ਬਾਅਦ ਯਾਰ ਇਸ ਤਰ੍ਹਾਂ ਹੁੰਦਾ ਵਾ, ਕੋਈ ਪਿੱਲ ਜਾਂਦੇ, ਜਮਦੂਤ ਜਾਂਦੇ, ਕਦੀ ਕਲਪਨਾ ਕੀਤੀ ਜੀਵਨ 'ਚ? ਕਦੀ ਗੱਲਾਂ ਅਸੀਂ ਚੰਗੀਆਂ ਚਾਰੀ ਬੁਰੀਆਂ ਵਾਲੀਆਂ ਗੱਲਾਂ ਮੈਂ ਸਟੇਜਾਂ ਤੇ ਕਰਦਾ ਰਿਹਾ ਹਾਂ। ਅਜ਼ਰਾਇਲ, ਫਰਿਸ਼ਤਾ ਤੇ ਲਪੀੜੇ ਕਹਾਣੀ ਦੀਆਂ ਬਾਤਾਂ ਬੜੀਆਂ ਸੰਗਤ ਨੂੰ ਸੁਣਾਈਆਂ ਸੀ, ਪਰ ਪ੍ਰੈਕਟੀਕਲ ਮੇਰਾ ਉਦੋਂ ਹੋਇਆ ਜਦੋਂ ਮੇਰੇ ਨਾਲ ਹੀ ਉਹਨਾਂ ਜਮਦੂਤਾਂ ਨੇ ਉਹ ਕੀਤਾ। ਮਤਲਬ ਕਿ ਬਾਤਾਂ ਹੀ ਸੀਗੀਆਂ, ਪ੍ਰੈਕਟੀਕਲ ਨਹੀਂ ਸੀ। ਹੁਣ ਮੈਨੂੰ ਪਤਾ ਲੱਗ ਗਿਆ ਵੀ ਜੋ ਗੁਰਬਾਣੀ ਕਹਿੰਦੀ ਆ ਨਾ ਉਹ ਬਿਲਕੁਲ ਸੱਚ ਹੈ। ਇੱਕ ਅੱਖਰ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੱਚ ਹੈ। ਕੋਈ ਮੰਨੇ ਭਾਵੇਂ ਨਾ ਮੰਨੇ, ਜੋ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਨਾ ਮੰਨੇ ਉਹ ਅਗਲੇ ਦੀ ਮਰਜ਼ੀ ਆ, ਪਰ ਜੋ ਮੇਰੇ ਨਾਲ ਹੋਇਆ ਆ ਉਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ। ਠੀਕ ਆ। ਤੇ ਜਿਸ ਵਕਤ ਤੁਸੀਂ ਫਿਰ ਦੁਬਾਰਾ ਜੀਵਤ ਹੋ ਗਏ, ਇੱਕਦਮ ਕੀ ਬਦਲਾਅ ਆਇਆ ਤੇ ਕੀ ਜੀਵਨ ਦੇ ਵਿੱਚ ਇਹੀ ਦੁਨੀਆ ਨੂੰ ਵੇਖਣ ਦਾ ਨਜ਼ਰੀਆ ਕੀ ਬਦਲਿਆ ਜਾਂ ਕਿਵੇਂ ਹੋਇਆ? ਨਜ਼ਰੀਆ ਬਦਲਿਆ ਕਿ ਮੈਂ ਬਹੁਤ ਤੁਹਾਡੇ ਵਰਗੇ ਗੁਰਸਿੱਖਾਂ ਦੀ ਸੰਗਤ ਕੀਤੀ, ਪੁੱਛਿਆ, ਤੇ ਉਹਨਾਂ ਨੇ ਮੈਨੂੰ ਇਹ ਸੁਝਾਅ ਦਿੱਤਾ ਕਿ ਤੇਰੇ ਜੀਵਨ ਦੇ ਵਿੱਚ ਨਿਤਨੇਮ ਸਿਮਰਨ ਘੱਟ ਹੈ। ਜੇ ਹੁੰਦਾ ਤੇ ਤੈਨੂੰ ਜਮਦੂਤਾਂ ਨੇ ਇੰਨਾ ਨਹੀਂ ਸੀ ਜਲੀਲ ਕਰਨਾ, ਤੂੰ ਪੁੰਨ ਘੱਟ ਕੀਤਾ ਹੋਊ। ਇਹੀ ਜਿਹੜੇ ਸੁਝਾਅ ਸਾਨੂੰ ਸਤਿਗੁਰੂ ਜੀ ਦੱਸਦੇ ਨੇ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਜੇ ਸੁੰਦਰ ਸੋਹਣਾ ਸਰੀਰ ਨੂੰ ਬਣਾਉਣਾ ਹੈ ਤੇ ਪੁੰਨ ਦਾਨ ਵੀ ਕਰ, ਆਪ ਜਪੇ ਅਵਰਾ ਨਾਮ ਜਪਾਵੇ, ਸੁਣਤ ਕਹਿਤ ਰਹਿਤ ਗਤ ਪਾਵੇ। ਠੀਕ ਹੈ, ਇਹੀ ਆ। ਫਿਰ ਲੱਗਣ ਲੱਗੀ, ਫਿਰ ਮੈਂ ਟਰੱਕ ਤੇ ਚੜਿਆ ਤੇ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਜੀ ਕਿਰਪਾ ਇੰਨੀ ਹੋਈ ਵੀ ਉਹਨੇ ਫਿਰ ਨਾਮ ਮੰਮੀ ਜਪਾਇਆ। ਉਹਨੇ ਦਸਵੰਧ ਵੀ ਸਤਿਗੁਰੂ ਨੇ ਕਿਰਪਾ ਕਰਕੇ ਕਮਾਈ ਵਧੀ, ਮੇਰੀ ਤੰਦਰੁਸਤ ਹੋਇਆ। ਪਰ ਅੰਦਰ ਮੇਰੇ ਇੱਕ ਭੈ ਵੀ ਬਣਿਆ, ਡਰ ਵੀ ਬਣਿਆ ਵੀ ਹੁਣ ਜੇ ਦੁਬਾਰਾ ਉਹ ਸਮਾਂ ਤਾਂ ਜ਼ਰੂਰ ਆਉਣਾ ਹੀ ਆਉਣਾ, ਪਰ ਉਸ ਰੂਪ ਵਿੱਚ ਨਾ ਆਵੇ। ਜਿੱਥੇ ਸਵਾਸਾਂ ਦਾ ਦਸਵੰਧ ਕੱਢ ਕੇ ਨਾਮ ਜਪਿਆ, ਉੱਥੇ ਕਿਰਤ ਵਿੱਚੋਂ ਵੀ ਬਹੁਤ ਲੋਕਾਂ ਦੇ ਘਰਾਂ ਤੱਕ ਸਤਿਗੁਰੂ ਨੇ ਕਿਰਪਾ ਕਰਕੇ ਸੇਵਾ ਲਈ ਮੈਂ ਨਹੀਂ ਕਸ ਜੋਗਾ। ਮੈਂ ਨਾ ਹੀ ਕਿਛੋ ਨਾ ਹੀ ਕਿਛਾਹੇ ਨਾ ਮੋਰਾ, ਮੈਂ ਹੁਣ ਵੀ ਨਹੀਂ ਕਿਸੇ ਜੋਗਾ ਹੈਗਾ ਤੇ ਪਹਿਲਾਂ ਵੀ ਨਹੀਂ ਸੀ। ਫਿਰ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਵਾਲੀ ਭਾਵਨਾ ਬਣੀ ਵੀ ਹੁਣ ਸੀਸਾਂ ਲਈਏ, ਤੇ ਆਉਣ ਵਾਲੇ ਸਮੇਂ ਦੇ ਵਿੱਚੋਂ ਜਦੋਂ ਇਸ ਸੰਸਾਰ ਨੂੰ ਮੈਂ ਛੱਡਣਾ ਹੈ ਫਿਰ ਮੇਰੀ ਇਹ ਦਸ਼ਾ ਨਾ ਹੋਵੇ। ਪਿਆਰ ਬਖਸ਼ਿਆ, ਰੱਬ ਦਾ ਦਿੱਤਾ ਪਿਆਰ, ਰੱਬ ਦਾ ਦਿੱਤਾ ਹੋਇਆ ਧਨ ਫਿਰ ਵੰਡ ਕੇ ਛਕਿਆ ਹੁਣ ਤੱਕ ਵੀ ਆ। ਜਿੱਥੇ ਮੈਂ ਹੁਣ ਕੀ ਇਹਦੇ ਵਿੱਚ ਵਿਆਖਿਆ ਕਰਾਂ, ਸਤਿਗੁਰੂ ਨੇ ਬੇਅੰਤ ਪਰਿਵਾਰਾਂ ਦੀ ਜਿਹੜੀ ਮੈਨੂੰ ਕਿਰਤ ਬਖਸ਼ੀ ਸੀ, ਉਸ ਕਿਰਤ ਦੇ ਵਿੱਚੋਂ ਬੇਅੰਤ ਪਰਿਵਾਰਾਂ ਦੀ ਜਿਹੜੀ ਸੇਵਾ ਉਹ ਕਰਵਾਈ ਆ। ਮੈਂ ਇੱਕ ਪੱਖੋਂ ਆਪਣੇ ਘਰ ਪਰਿਵਾਰ ਦੇ ਨਾਲ ਵੀ ਧੋਖਾ ਕੀਤਾ ਹੈ। ਘਰ ਪਰਿਵਾਰ ਦੇ ਵਿੱਚੋਂ ਪਰਦੇ ਰੱਖ ਕੇ ਮੈਂ ਗਰੀਬ ਸਿੱਖਾਂ ਦੀ ਜਾਂ ਗੈਰ ਸਿੱਖਾਂ ਦੀ ਵੀ ਜਿਹੜੀ ਸੇਵਾ ਕੀਤੀ ਆ। ਇਸ ਨੂੰ ਧੋਖਾ ਨਹੀਂ ਕਹਿ ਸਕਦੇ, ਤੁਹਾਡਾ ਅਧਿਕਾਰ ਤੁਹਾਡੀ ਕਮਾਈ ਦੇ ਉੱਤੇ ਉਹਦੇ ਨਹੀਂ ਹੁੰਦਾ ਹੀ ਆ। ਜਦੋਂ ਘਰ ਪਰਿਵਾਰ ਦਾ ਵੀ ਦਬ ਦਬਾਅ ਹੋਵੇ ਨਾ, ਜਦੋਂ ਤੁਸੀਂ ਪਰਿਵਾਰ ਦੀ ਪਰਵਰਿਸ਼ ਵੀ ਕਰਦੇ ਹੋ, ਪਤਾ ਵੀ ਤੁਸੀਂ ਉਹਨਾਂ ਦਾ ਹੱਕ ਉਹਨਾਂ ਨੂੰ ਦੇ ਰਹੇ ਜੇ ਜੀ, ਉਸ ਤੋਂ ਬਾਅਦ ਤੁਹਾਡਾ ਵੀ ਅਧਿਕਾਰ ਬਣਦਾ ਤੁਹਾਡੀ ਕਮਾਈ ਦੇ ਵਿੱਚੋਂ ਤੁਸੀਂ ਸੇਵਾ ਖਾਤੇ ਕਿੱਥੇ ਕੱਢਣਾ ਹੈਗਾ। ਪਰਿਵਾਰ ਸਾਰੇ ਫਿਰ ਸਹਿਮਤ ਨਹੀਂ ਹੁੰਦੇ, ਪਰ ਮੈਂ ਸਹਿਮਤ ਨਹੀਂ ਹੁੰਦੇ, ਪਰ ਫਿਰ ਵੀ ਚਲੋ ਤੁਹਾਡੀ ਇਹ ਹਿੰਮਤ ਹੈਗੀ ਆ। ਹਾਂਜੀ, ਤੇ ਉਹ ਮੈਂ ਇਹ ਸਮਝਦਾ ਹਾਂ ਕਿ ਜੋ ਮੈਂ ਕੀਤਾ ਹੈ, ਉਹ ਜਿਹੜੀਆਂ ਮੈਨੂੰ ਜੁੱਤੀਆਂ ਪਈਆਂ ਜਮਦੂਤਾਂ ਤੋਂ, ਜੋ ਮੈਂ ਇਹਦੇ ਚ ਮੁੱਕਰਨ ਵਾਲੀ ਗੱਲ ਨਹੀਂ। ਮੇਰਾ ਚੰਗਾ ਕਰਮ ਕੋਈ ਚੰਗਾ ਹੁੰਦਾ ਤੇ ਮੇਰੇ ਨਾਲ ਇਹ ਨਹੀਂ ਸੀ ਕੁਛ ਹੋਣਾ, ਕਿਉਂ ਅਸੀਂ ਆਪਣੇ ਪਾਪਾਂ ਤੇ ਪੜਦੇ ਪਾਉਨੇ ਆ
ਤੇ ਜੇ ਮੈਂ ਅੱਜ ਵੀ ਆਪਣੇ ਪਾਪਾਂ ਤੇ ਪਰਦੇ ਪਾਵਾਂ ਤੇ ਮੇਰੇ ਵਰਗਾ ਦੁਨੀਆ ਤੇ ਮੈਂ ਕਹਾਂਗਾ ਬੇਸ਼ਰਮ ਬੰਦਾ ਕੋਈ ਨਹੀਂ ਹੈਗਾ। ਇਹਦੇ ਵਿੱਚ ਤੇ ਫਿਰ ਸ਼ੱਕ ਵਾਲੀ ਕੋਈ ਗੱਲ ਹੀ ਨਹੀਂ ਨਾ, ਜਦੋਂ ਡਾਕਟਰਾਂ ਵੀ ਕਹਿ ਦਿੱਤਾ ਵੀ 6 ਘੰਟੇ ਹੋ ਗਏ ਜੀ ਲਗਾਤਾਰ ਜੀ ਤੇਰੀ ਬਿਲਕੁਲ ਜੀ। ਮੌਤ ਹੋਇਆ। ਹਾਂਜੀ ਉਹਨਾਂ ਨੇ ਉਹ ਹੁਣ ਮੇਰੇ ਕੋਲ ਪੇਪਰ ਨਹੀਂ ਹੈਗੇ, ਸਮਾਂ ਬੜਾ ਹੋ ਗਿਆ ਹੈ। ਉਹਨਾਂ ਨੇ ਲਿਖਿਆ ਵੀ ਸੀ ਵੀ ਆ ਇੱਥੇ ਕੁਝ ਵਾਪਰਿਆ ਆ, ਇਹ ਬੰਦੇ ਦੀ ਡੈਥ ਹੋ ਕੇ ਫਿਰ ਜਿੰਦਾ ਹੋਇਆ। ਇੰਨਾ ਮੇਰੇ ਉਦੋਂ ਬਾਅਦ ਮਜ਼ਬੂਤ ਸਰੀਰ ਹੋਇਆ। ਆਲ ਓਵਰ ਅਮਰੀਕਾ ਮੈਂ ਇਕੱਲੇ ਨੇ ਟਰੱਕ ਚਲਾਇਆ, 52 ਘੰਟੇ ਦੀ ਇਕੱਲੇ ਨੇ ਡਰਾਈਵ ਕੀਤੀ, ਜਿੱਥੇ ਡਾਕਟਰਾਂ ਕਿਹਾ ਸਾਰੀ ਜ਼ਿੰਦਗੀ ਤੂੰ ਟੱਸ ਦੀ ਮਸ ਨਹੀਂ ਕਰ ਸਕਦਾ, ਤੈਨੂੰ ਅੰਦਰ ਬਹੁਤ ਜ਼ਿਆਦਾ ਬਲਾਸਟ ਹੋਇਆ, ਤੇਰੇ ਕੁਝ ਫਟ ਗਿਆ ਹੈ। ਹਾਂਜੀ ਹਾਂਜੀ। ਤੇ ਹੁਣ ਤੱਕ ਇੰਨਾ ਸਰੀਰ ਮਜ਼ਬੂਤ ਰਿਹਾ ਵੀ ਮੈਂ ਉਦੋਂ ਬਾਅਦ ਜੋ ਕੁਝ ਹੋਇਆ ਹੈ ਕੁਝ ਸੁਣਨਾ ਚਾਹੋਗੇ ਹੋਰ? ਹਾਂਜੀ ਭਾਈ ਸਾਹਿਬ, ਇਹ ਜੋ ਕੁਝ ਤੁਸੀਂ ਸੁਣਾਇਆ ਬੜੀ ਪ੍ਰੇਰਣਾ ਦੇਣ ਵਾਲੀ ਤੁਹਾਡੀ ਇਹ ਜੀਵਨ ਦੀ ਘਟਨਾ ਹੈਗੀ ਆ, ਤੇ ਇਸੇ ਵਾਸਤੇ ਮੈਂ ਚਾਹੁੰਦਾ ਸੀਗਾ ਵੀ ਸੰਗਤ ਦੇ ਸਾਹਮਣੇ ਸਾਂਝੀ ਕੀਤੀ ਜਾਵੇ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਪਹਿਲੀ ਘਟਨਾ ਤੁਸੀਂ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਕਥਾਵਾਚਕ ਜਿਹੜੇ ਉਹਨਾਂ ਪਾਸੋਂ ਤੁਸੀਂ ਸੁਣੀ ਹੈਗੀ ਉਹਨਾਂ ਦੇ ਜੀਵਨ ਦੀ, ਮੈਨੂੰ ਉਮੀਦ ਆ ਵੀ ਤੁਹਾਨੂੰ ਸਾਰਿਆਂ ਨੂੰ ਇਸ ਘਟਨਾ ਤੋਂ ਜਿਹੜੀ ਪ੍ਰੇਰਣਾ ਮਿਲੀ ਹੋਏਗੀ ਵੀ ਜੀਵਨ ਦੇ ਵਿੱਚ ਆਪਾਂ ਸੱਚ ਤੇ ਪਹਿਰਾ ਦੇਣਾ ਏ, ਕਿਰਤਾਂ ਕਰਦਿਆਂ ਨਾਮ ਜਪਦਿਆਂ ਹੋਇਆ ਆਪਣਾ ਜੀਵਨ ਬਤੀਤ ਕਰਨਾ ਏ, ਤੇ ਪਰਉਪਕਾਰ ਵਾਲਾ ਜੀਵਨ ਬਤੀਤ ਕਰਦਿਆਂ ਲੋਕ ਸੁਖਿਆ ਪਰਲੋਕ ਸੁਹੇਲਾ ਕਰਨਾ ਏ। ਤੇ ਸਾਧ ਸੰਗਤ ਦੀ ਜਿਹੜੀ ਦੂਸਰੀ ਘਟਨਾ ਉਹ ਮੈਂ ਦੂਸਰੀ ਕਿਸ਼ਤ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗਾ, ਤੇ ਮੈਨੂੰ ਉਮੀਦ ਆ ਵੀ ਤੁਸੀਂ ਉਹ ਦੂਸਰੀ ਘਟਨਾ ਵੀ ਜ਼ਰੂਰ ਸੁਣ ਕੇ ਉਹ ਤੋਂ ਵੀ ਜੀਵਨ ਦੇ ਵਿੱਚ ਪ੍ਰੇਰਣਾ ਲਿਓ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।